ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ। ਸਿੰਗਾਪੁਰ ਵਿਦੇਸ਼ੀ ਕਰਮਚਾਰੀਆਂ ਲਈ ਜਾਰੀ ਕਰੇਗਾ ਨਵਾਂ ਵਰਕ ਪਾਸ। ਬਰਮਿੰਘਮ ਤੋਂ ਅੰਮ੍ਰਿਤਸਰ ਲਈ ਨਵੀਂ 에ਅਰਲਾਈਨ ਦੇ ਟ੍ਰਾਇਲ ਸ਼ੁਰੂ। ਵਾਈਡਨ ਨੇ ਮਹਾਰਾਣੀ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਸਵੀਕਾਰਿਆ। 9/11 ਦੀ ਵਰਸੀ ਮੌਕੇ ਵਾਈਡਨ ਵੱਲੋਂ ਅੱਤਵਾਦ ਦਾ ਲੱਕ ਤੋੜਨ ਦਾ ਅਹਿਦ। ਅਮਰੀਕਾ ਵਿੱਚ ਬਜ਼ੁਰਗ ਸਿੱਖ ਤੇ ਵਹਿਸ਼ੀ ਹਮਲਾ। ਅਮਰੀਕਾ 'ਚ ਕਰੋਨਾ ਮਗਰੋਂ ਪੋਲੀਓ ਦਾ ਖੌਫ। ਅਮਰੀਕਾ 'ਚ ਮੰਕੀ ਪੌਕਸ ਨਾਲ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਆਸਟ੍ਰੇਲੀਅਨ ਸਰਕਾਰ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਅਧਿਐਨ ਤੋਂ ਬਾਅਦ ਦੇ ਕੰਮ ਦੇ ਅਧਿਕਾਰਾਂ ਨੂੰ ਵਧਾਏਗੀ ਜੋ ਕਰਮਚਾਰੀਆਂ ਦੀ ਘਾਟ ਨਾਲ ਸੰਬੰਧਿਤ ਡਿਗਰੀਆਂ ਨਾਲ ਆਪਣੀ ਗ੍ਰੈਜੂਏਸ਼ਨ ਪੂਰੀ ਕਰਦੇ ਨੇ। ਇਹ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਅਤੇ ਇੱਥੇ ਪੜ੍ਹਾਈ ਦੌਰਾਨ ਹਾਸਲ ਕੀਤੇ ਹੁਨਰ ਦੀ ਵਰਤੋਂ ਕਰਨ ਲਈ ਵਧੇਰੇ ਸਮਾਂ ਦੇਵੇਗਾ। ਅਸਲ ਵਿੱਚ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਧਿਐਨ ਤੋਂ ਬਾਅਦ ਦੇ ਕੰਮ ਦੇ ਅਧਿਕਾਰਾਂ ਦੀ ਮਿਆਦ ਦੇ ਸਾਲ ਵਧਾਏਗਾ। ਆਸਟ੍ਰੇਲੀਅਨ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਚੋਣਵੀਆਂ ਬੈਚਲਰ ਡਿਗਰੀਆਂ ਲਈ ਪੋਸਟ ਸਟੱਡੀ ਕੰਮ ਦੇ ਅਧਿਕਾਰ 2 ਸਾਲਾਂ ਤੋਂ ਵਧਾ ਕੇ 4 ਸਾਲ ਕੀਤੇ ਜਾਣਗੇ। ਨਿਯਮ ਵਿੱਚ ਬਦਲਾਅ ਨਾਲ ਬੈਚਲਰ ਡਿਗਰੀ ਗ੍ਰੈਜੂਏਟ ਆਸਟ੍ਰੇਲੀਆ ਵਿੱਚ 4 ਸਾਲ, ਮਾਸਟਰ ਗ੍ਰੈਜੂਏਟ 5 ਸਾਲ ਅਤੇ PhD ਧਾਰਕ 6 ਸਾਲ ਤੱਕ ਦੇਸ਼ ਵਿੱਚ ਰਹਿ ਸਕਣਗੇ। ਵਰਤਮਾਨ ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਵਿਦਿਆਰਥੀ 2 ਸਾਲ, ਮਾਸਟਰ ਦੇ ਗ੍ਰੈਜੂਏਟ 3 ਸਾਲ ਅਤੇ ਡਾਕਟਰੇਟ ਵਿਦਿਆਰਥੀ 4 ਸਾਲ ਲਈ ਦੇਸ਼ ਵਿੱਚ ਰਹਿ ਸਕਦੇ ਨੇ। ਹਾਲਾਂਕਿ ਆਸਟ੍ਰੇਲੀਆਈ ਸਰਕਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਵਰਕ ਅਧਿਕਾਰ ਐਕਸਟੈਂਸ਼ਨ ਲਈ ਕਿਹੜੀਆਂ ਡਿਗਰੀਆਂ ਦੀ ਚੋਣ ਕੀਤੀ ਜਾਏਗੀ। ਇਸ ਸ਼੍ਰੇਣੀ ਦੇ ਅਧੀਨ ਡਿਗਰੀਆਂ ਦੇ ਵੇਰਵੇ ਅਕਤੂਬਰ ਦੇ ਅਖੀਰ ਵਿੱਚ ਆਉਣ ਦੀ ਉਮੀਦ ਹੈ, ਜਦੋਂ ਕਾਰਜ ਸਲਾਹਕਾਰ ਸਮੂਹ ਆਪਣੀ ਸਲਾਹ ਪੇਸ਼ ਕਰੇਗਾ। ਰਿਪੋਰਟਾਂ ਦੇ ਅਨੁਸਾਰ ਨਰਸਿੰਗ, ਇੰਜੀਨੀਅਰਿੰਗ ਅਤੇ IT ਵਿਦਿਆਰਥੀ ਪ੍ਰਮੁੱਖ ਤਰਜੀਹ ਵਾਲੇ ਖੇਤਰ ਹੋਣਗੇ। ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਇੱਕ ਰਿਪੋਰਟ ਦੇ ਅਨੁਸਾਰ 2019 ਵਿੱਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ 17% ਸੀ, ਜੋ 2022 ਵਿੱਚ ਵੱਧ ਕੇ 23% ਹੋ ਗਈ ਹੈ। ਵਿਦੇਸ਼ੀ ਕਰਮਚਾਰੀਆਂ ਲਈ ਸਿੰਗਾਪੁਰ ਨੇ ਅਹਿਮ ਐਲਾਨ ਕੀਤਾ। ਐਲਾਨ ਦੇ ਮੁਤਾਬਕ ਸਿੰਗਾਪੁਰ ਇਹ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਕਰੇਗਾ ਕਿ ਦੁਨੀਆ ਭਰ ਤੋਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਭਰਤੀ ਕਰਨ ਲਈ ਨਵੇਂ ਵਰਕ ਪਾਸਾਂ ਦੀ ਦੁਰਵਰਤੋਂ ਨਾ ਕੀਤੀ ਜਾਏ। ਕਿਰਤ ਮੰਤਰੀ ਟੈਨ ਸੀ ਲਿੰਗ ਨੇ ਸੋਮਵਾਰ ਨੂੰ ਸੰਸਦ ਨੂੰ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਨਵਾਂ ਵਰਕ ਪਾਸ ਪਹਿਲਾਂ ਨੌਕਰੀ ਦਿੱਤੇ ਬਿਨਾਂ ਜ਼ਿਆਦਾ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਦੇਸ਼ ਵਿੱਚ ਰਹਿਣ ਦੀ ਆਗਿਆ ਦੇਵੇਗਾ। ਟੈਨ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਉਸਨੇ ਸੋਮਵਾਰ ਪ੍ਰਤਿਭਾ ਦੇ ਇੱਕ ਵਿਸ਼ਵ ਵਿਆਪੀ ਕੇਂਦਰ ਵਜੋਂ ਸਿੰਗਾਪੁਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਤੇ ਇੱਕ ਬਿਆਨ ਦਿੱਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਨਵੀਆਂ ਯੋਜਨਾਵਾਂ ਅਤੇ ਸਥਾਨਕ ਪ੍ਰਤਿਭਾ ਨੂੰ ਵਿਕਸਿਤ ਕਰਨ ਲਈ ਸਿੰਗਾਪੁਰ ਦੇ ਯਤਨਾਂ ਬਾਰੇ ਹੋਰ ਜਾਣਕਾਰੀ ਲਈ 24 ਸੰਸਦੀ ਸਵਾਲ ਉਠਾਏ ਗਏ ਸਨ। ਸਿੰਗਾਪੁਰ ਘੱਟੋ-ਘੱਟ $30,000 ਨਿਸ਼ਚਿਤ ਮਾਸਿਕ ਤਨਖਾਹ ਵਿੱਚ ਕਮਾਈ ਕਰਨ ਵਾਲੀਆਂ ਪ੍ਰਤਿਭਾਵਾਂ ਲਈ ਨਵੇਂ ਵਿਸ਼ੇਸ਼ ਪਾਸ ਲਾਂਚ ਕਰੇਗਾ, ਜੋ ਮੌਜੂਦਾ ਰੁਜ਼ਗਾਰ ਪਾਸ ਧਾਰਕਾਂ ਦੇ ਸਿਖਰ ਦੇ 5% ਦੇ ਬਰਾਬਰ ਹੈ। ਇਹ ਸਕੀਮ 1 ਜਨਵਰੀ 2023 ਤੋਂ ਸ਼ੁਰੂ ਹੋ ਰਹੀ ਹੈ। ਟੈਨ ਨੇ ਦੱਸਿਆ ਕਿ ਮਨੁੱਖੀ ਸ਼ਕਤੀ ਮੰਤਰਾਲਾ ਪਹਿਲਾਂ ਹੀ ਗਲਤ ਤਨਖਾਹ ਘੋਸ਼ਣਾਵਾਂ ਦੇ ਸੰਭਾਵਿਤ ਮਾਮਲਿਆਂ ਦੀ ਜਾਂਚ ਕਰ ਰਿਹਾ। ਇਸ ਵਿੱਚ ਸੀਮਤ ਟਰੈਕ ਰਿਕਾਰਡ ਵਾਲੀਆਂ ਕੰਪਨੀਆਂ ਦੀਆਂ ਅਰਜ਼ੀਆਂ ਦੇ ਨਾਲ-ਨਾਲ ਮਾਲਕਾਂ ਨੂੰ ਐਲਾਨੀ ਤਨਖਾਹ ਦੀ ਵੀ ਜਾਂਚ ਕੀਤੀ ਜਾਏਗੀ। ਮੌਜੂਦਾ ਰੁਜ਼ਗਾਰ ਪਾਸ ਦੀ ਮੰਗ ਕਰਨ ਵਾਲਿਆਂ ਲਈ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਸਿੰਗਾਪੁਰ ਦੀ ਇਨਲੈਂਡ ਰੈਵਨਿਊ ਅਥਾਰਟੀ ਨਾਲ ਆਮਦਨ ਟੈਕਸ ਫਾਈਲਿੰਗ ਦੀ ਜਾਂਚ ਕਰੇਗਾ ਕਿ ਅਰਜ਼ੀਆਂ ਉਹਨਾਂ ਦੀ ਪਾਲਣਾ ਕਰਦੀਆਂ ਨੇ। ਨਵੇਂ ਰੁਜ਼ਗਾਰ ਪਾਸ ਬਿਨੇਕਾਰਾਂ ਲਈ ਮੌਜੂਦ 2 ਸਾਲਾਂ ਦੇ ਮੁਕਾਬਲੇ ਪਾਸ 5 ਸਾਲਾਂ ਲਈ ਹੋਏਗਾ ਤੇ ਇਹ ਸਿੰਗਾਪੁਰ ਵਿੱਚ ਨੌਕਰੀ ਦੀ ਭੂਮਿਕਾ ਨਾਲ ਜੁੜਿਆ ਨਹੀਂ ਹੈ। ਬਰਮਿੰਘਮ ਤੋਂ ਅੰਮ੍ਰਿਤਸਰ ਸ਼ੁਰੂ ਹੋਣ ਜਾ ਰਹੀ ਨਵੀਂ ਉਡਾਣ ਹੰਸ 에ਅਰਲਾਈਨ ਦੇ ਬੀਤੇ ਹਫ਼ਤੇ ਟ੍ਰਾਇਲ ਹੋਏ। 38 ਸਾਲਾਂ ਬਾਅਦ ਪਹਿਲੀ ਵਾਰ ਪੰਜਾਬੀਆਂ ਦੀ ਕੰਪਨੀ ਨੂੰ ਲਾਇਸੈਂਸ ਮਿਲਿਆ। ਪਹਿਲਾਂ ਇਹ ਲਾਇਸੈਂਸ ਇਕੱਲਾ ਬ੍ਰਿਟਿਸ਼ 에ਅਰਲਾਈਨ ਅਤੇ ਵਰਜਨ 에ਅਰਲਾਈਨ ਕੋਲ ਹੀ ਹੈ। ਪਿਛਲੇ ਹਫ਼ਤੇ ਮੰਗਲਵਾਰ ਤੇ ਬੁੱਧਵਾਰ UK ਗਵਰਨਮੈਂਟ ਅਥਾਰਟੀ CAA ਵੱਲੋਂ 2 ਦਿਨਾਂ ਲਈ ਜਹਾਜ਼ ਦੀਆਂ ਟੈਸਟ ਫਲਾਈਟਾਂ ਦਾ ਨਿਰੀਖਣ ਕੀਤਾ ਗਿਆ। ਮੰਗਲਵਾਰ ਬਰਮਿੰਘਮ ਤੋਂ ਸਕਾਟਲੈਂਡ ਦੇ 에ਅਰਪੋਰਟ ਪੈਟਰਿਕ ਅਤੇ ਵਾਪਸ ਬਰਮਿੰਘਮ ਤੱਕ। ਬੁੱਧਵਾਰ ਨੂੰ 2 ਘੰਟੇ CA ਦੇ ਸਟਾਫ ਅਤੇ ਜਹਾਜ਼ ਦੇ ਨਾਲ-ਨਾਲ ਸਟਾਫ ਦੀਆਂ ਸਿਹਤ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਦਾ ਨਿਰੀਖਣ ਹੋਇਆ। ਉਡਾਣ ਦੀ ਸ਼ੁਰੂਆਤ ਤੋਂ ਪਹਿਲਾਂ ਲਾਂਚ ਵਿੱਚ ਨਿਸ਼ਕਾਮ ਸੇਵਕ ਦੇ ਜਥੇ ਦੇ ਸੇਵਾਦਾਰਾਂ ਵੱਲੋਂ ਅਰਦਾਸ ਕੀਤੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ CAA ਦੀਆਂ ਰਿਪੋਰਟਾਂ ਮਿਲਣ ਉਪਰੰਤ ਬਰਮਿੰਘਮ ਤੋਂ ਅੰਮ੍ਰਿਤਸਰ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ। ਉਡਾਣ ਮੌਕੇ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ, ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਰਣਜੀਤ ਸਿੰਘ ਸਹਿਰਾ ਆਦਿ शामिल सन।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਵਾਈਟ ਹਾਊਸ ਨੇ ਐਤਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, ਸਵੇਰੇ ਰਾਸ਼ਟਰਪਤੀ ਜੋ ਬਾਈਡਨ ਨੇ ਮਹਾਰਾਣੀ ਐਲਿਜ਼ਾਬੈਥ ਦੀਆਂ 19 ਸਤੰਬਰ ਨੂੰ ਹੋਣ ਵਾਲੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਉਹ ਮਹਾਰਾਣੀ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਐਲਾਨ ਕੀਤਾ ਸੀ ਕਿ ਜੋ ਬਾਈਡਨ 18 ਸਤੰਬਰ ਨੂੰ ਨਿਊਯਾਰਕ ਦੌਰੇ ਤੇ ਜਾਣਗੇ ਅਤੇ 19 ਅਤੇ 20 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਇਜਲਾਸ ਵਿੱਚ ਸ਼ਾਮਲ ਹੋਣਗੇ। 9/11 ਦੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਤਵਾਦ ਦਾ ਲੱਕ ਤੋੜਨ ਦਾ ਅਹਿਦ ਲਿਆ। ਉਹਨਾਂ ਨੇ ਕਿਹਾ ਕਿ ਭਾਵੇਂ ਅਮਰੀਕਾ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ, ਪਰ ਇਤਿਹਾਸ ਦੇ ਸਭ ਤੋਂ ਖਤਰਨਾਕ ਹਮਲੇ ਦੇ ਸਾਜ਼ਿਸ਼ਕਾਰਿਆਂ ਵਿਰੁੱਧ ਕਾਰਵਾਈ ਜਾਰੀ ਰੱਖੀ ਜਾਏਗੀ। ਪਿਛਲੇ ਮਹੀਨੇ ਅਮਰੀਕਾ ਨੇ ਅਲ ਜ਼ਵਾਹਿਰੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ, ਜਿਸ ਨੇ ਅਮਰੀਕਾ ਉੱਪਰ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਰਨ ਵਿੱਚ ਮਦਦ ਕੀਤੀ। ਰਾਸ਼ਟਰਪਤੀ ਨੇ ਕਿਹਾ, ਅਸੀਂ 21 ਸਾਲ ਪੁਰਾਣਾ ਦਰਦ ਕਦੇ ਨਹੀਂ ਭੁਲਾ ਸਕਦੇ ਅਤੇ ਅਮਰੀਕਾ ਉੱਪਰ ਹੋਰ ਹਮਲੇ ਹੋਣ ਤੋਂ ਰੋਕਣਾ ਸਾਡੀ ਵਚਨਬੱਧਤਾ ਹੋਏਗੀ। ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ, ਐਮਰਜੈਂਸੀ ਕਾਮਿਆਂ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹਿਣ ਦਾ ਵਾਅਦਾ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਕਰਜ਼ਾ ਕਦੇ ਨਹੀਂ ਉਤਾਰਿਆ ਜਾ ਸਕਦਾ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਨਾਲ ਲੱਗਦੇ ਰਿਚਮੰਡ ਹਿੱਲ ਇਲਾਕੇ ਵਿੱਚ ਇੱਕ ਵਾਰ ਫਿਰ ਬਜ਼ੁਰਗ ਸਿੱਖ ਉੱਪਰ ਵਹਿਸ਼ੀ ਹਮਲਾ ਹੋਣ ਦੀ ਰਿਪੋਰਟ ਮਿਲੀ, ਪਰ ਪੁਲਿਸ ਇਸ ਮਾਮਲੇ ਨੂੰ ਨਸਲੀ ਅਪਰਾਧ ਮੰਨਣ ਤੋਂ ਇਨਕਾਰ ਕਰ ਰਹੀ ਹੈ। 82 ਸਾਲ ਦੇ ਓਂਕਾਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਅਤੇ ਉਹਨਾਂ ਦਾ ਮੋਬਾਈਲ ਫੋਨ ਅਤੇ ਜੇਬ ਵਿੱਚ ਮੌਜੂਦ $60 ਵੀ ਲੈ ਗਏ। ਹਮਲੇ ਦੌਰਾਨ ਜ਼ਖਮੀ ਓਂਕਾਰ ਸਿੰਘ ਨੂੰ ਇਲਾਜ ਲਈ ਜਮਾਇਕਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿਨ੍ਹਾਂ ਦੀ ਸੱਜੀ ਅੱਖ ਅਤੇ ਚਿਹਰਾ ਬੁਰੀ ਤਰ੍ਹਾਂ ਸੁੱਜ ਚੁੱਕਿਆ ਹੈ ਅਤੇ ਜਦਕਿ ਛਾਤੀ ਤੇ ਵੀ ਕਿਸੇ ਚੀਜ਼ ਨਾਲ ਵਾਰ ਕਰਨ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ। ਨਿਊਯਾਰਕ ਪੁਲਿਸ ਨੇ ਕਿਹਾ ਕਿ ਓਂਕਾਰ ਸਿੰਘ ਉੱਪਰ ਹਮਲਾ ਕਰਨ ਵਾਲਿਆਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ। ਉਧਰ ਓਂਕਾਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਲਿਬਰਟੀ ਐਵਨਿਊ ਨੇੜੇ ਸੈਰ ਕਰ ਰਹੇ ਸਨ ਕਿ ਦੋ ਅਣਪਛਾਤੇ ਸ਼ਖਸ ਉਹਨਾਂ ਕੋਲ ਆਏ ਅਤੇ ਘੁਸੰਨ ਮਾਰਨੇ ਸ਼ੁਰੂ ਕਰ ਦਿੱਤੇ। ਅਚਾਨਕ ਹੋਏ ਹਮਲੇ ਕਾਰਨ ਓਂਕਾਰ ਸਿੰਘ ਜ਼ਮੀਨ ਤੇ ਡਿੱਗ ਪਏ, ਪਰ ਹਮਲਾਵਾਰਾਂ ਨੇ ਵਾਰ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਓਂਕਾਰ ਸਿੰਘ ਮੁਤਾਬਕ ਉਹਨਾਂ ਨੇ ਹਮਲਾਵਾਰ ਨੂੰ ਆਪਣੇ ਜੇਬ ਵਿੱਚ ਪਏ $50-60 ਦੇਣ ਦੀ ਪੇਸ਼ਕਸ਼ ਕੀਤੀ, ਪਰ ਉਹ ਲਗਾਤਾਰ ਹਮਲਾ ਕਰ ਰਹੇ ਸਨ। ਅਮਰੀਕਾ ਵਿੱਚ ਕੋਰੋਨਾ ਮਗਰੋਂ ਹੁਣ ਪੋਲੀਓ ਦਾ ਖਤਰਾ ਵੱਧ ਗਿਆ ਹੈ। ਨਿਊਯਾਰਕ ਵਿੱਚ ਪੋਲੀਓ ਦਾ ਇੱਕ ਮਾਮਲਾ ਆਉਣ ਮਗਰੋਂ ਸੀਵਰੇਜ ਦੇ ਪਾਣੀ ਵਿੱਚ ਪੋਲੀਓ ਦੀ ਜਾਂਚ ਕੀਤੀ ਗਈ, ਜਿਸ ਦੀ ਰਿਪੋਰਟ ਪੋਜ਼ਿਟਿਵ ਆਈ। ਇਸ ਮਗਰੋਂ ਨਿਊਯਾਰਕ ਵਿੱਚ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ ਅਤੇ ਅਧਿਕਾਰੀਆਂ ਨੂੰ ਅਲਰਟ ਮੋਡ ਤੇ ਰੱਖਿਆ ਗਿਆ। ਨਿਊਯਾਰਕ ਦੀ ਗਵਰਨਰ ਕੈਥੀ ਹੌਚੂਲ ਨੇ ਨਿਊਯਾਰਕ ਦੇ ਪੋਲੀਓ ਵੈਕਸੀਨੇਸ਼ਨ ਦੀ ਪ੍ਰਕਿਰਿਆ ਜੰਗੀ ਪੱਧਰ ਤੇ ਚਲਾਉਣ ਦੇ ਹੁਕਮ ਦਿੱਤੇ ਨੇ। ਦਰਅਸਲ ਨਿਊਯਾਰਕ ਵਿੱਚ ਹਾਲ ਹੀ ਵਿੱਚ ਇੱਕ ਵਿਅਕਤੀ ਵਿੱਚ ਪੋਲੀਓ ਦੇ ਲੱਛਣ ਮਿਲੇ ਸਨ। ਇਸ ਤੋਂ ਬਾਅਦ ਸ਼ਹਿਰ ਦੇ ਸੀਵਰੇਜ ਵਿੱਚ ਪੋਲੀਓ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ। ਇਸ ਤੋਂ ਬਾਅਦ ਨਿਊਯਾਰਕ ਵਿੱਚ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਨਾਲ ਹੀ ਅਧਿਕਾਰੀਆਂ ਨੂੰ ਅਲਰਟ ਮੋਡ ਤੇ ਰੱਖਿਆ ਗਿਆ। ਸਿਹਤ ਵਿਭਾਗ ਨੇ ਕਿਹਾ ਕਿ ਪੋਲੀਓ ਵਾਇਰਸ ਦੇ ਇਹ ਕੇਸ ਕਾਫੀ ਘਾਤਕ ਸਾਬਤ ਹੋ ਸਕਦੇ ਨੇ। ਜੇਕਰ ਹੁਣ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਸੰਭਵ ਹੈ ਕਿ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਦੱਸ ਦਈਏ ਕਿ ਪੋਲੀਓ ਵਾਇਰਸ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ। ਅਮਰੀਕਾ ਦੀ ਲਾਸ ਏਂਜਲਸ ਕਾਉਂਟੀ ਦੇ ਇੱਕ ਵਸਨੀਕ ਦੀ ਮੰਕੀਪੌਕਸ ਨਾਲ ਮੌਤ ਹੋ ਗਈ। ਸਥਾਨਕ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਕਿ ਅਮਰੀਕਾ 'ਚ ਮੰਕੀਪੌਕਸ ਨਾਲ ਮੌਤ ਦਾ ਇਹ ਮਾਮਲਾ ਪਹਿਲਾ ਹੈ। ਲਾਸ ਏਂਜਲਸ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਮੌਤ ਦਾ ਕਾਰਨ ਮੰਕੀਪੌਕਸ ਦੱਸਿਆ ਤੇ ਇੱਕ ਬੁਲਾਰੇ ਨੇ ਕਿਹਾ ਕਿ ਪੋਸਟਮਾਰਟਮ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਮਰੀਜ਼ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਜੋ ਕਿ ਮੰਕੀਪੌਕਸ ਦੇ ਮਾਮਲਿਆਂ ਤੇ ਨਿਗਰਾਨੀ ਕਰਦਾ ਨੇ, ਅਮਰੀਕਾ ਵਿੱਚ ਸੰਕਰਮਣ ਤੋਂ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ। CDC ਦੇ ਬੁਲਾਰੇ ਨੇ ਤੁਰੰਤ ਜਵਾਬ ਨਹੀਂ ਦਿੱਤਾ ਜਦੋਂ ਇਹ ਪੁੱਛਿਆ ਗਿਆ ਕਿ ਇਹ US ਵਿੱਚ ਮੰਕੀਪੌਕਸ ਦੀ ਮੌਤ ਦਾ ਪਹਿਲਾ ਕੇਸ ਸੀ। ਬੁਲਾਰੇ ਨੇ ਕਿਹਾ ਕਿ ਟੈਕਸਾਸ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ 30 ਅਗਸਤ ਨੂੰ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ ਸੀ ਜੋ ਮੰਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਸੀ। ਵਿਅਕਤੀ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ। ਇਸ ਮਾਮਲੇ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਕਿ ਮੌਤ ਵਿੱਚ ਮੰਕੀਪੌਕਸ ਦੀ ਕੀ ਭੂਮਿਕਾ ਸੀ। ਅਮਰੀਕਾ ਵਿੱਚ 9/11 ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋਣ ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਲਈ ਗਈ ਹਮਲੇ ਦੀ ਤਸਵੀਰ ਸਾਂਝੀ ਕਰਕੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਇਤਿਹਾਸਕ ਤਸਵੀਰ ਵਿੱਚ ਮੈਨਹਟਨ ਖੇਤਰ 'ਚ ਵਰਲਡ ਟ੍ਰੇਡ ਟਾਵਰ ਨਾਲ ਦੋ ਜਹਾਜ਼ ਟਕਰਾਉਣ ਤੋਂ ਬਾਅਦ ਉੱਠਿਆ ਧੂਏ ਦਾ ਗੁਬਾਰਾ ਦਿਖਾਈ ਦੇ ਰਿਹਾ। ਨਾਸਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ 11 ਸਤੰਬਰ 2001 ਦੀ ਸਵੇਰ ਨਿਊਯਾਰਕ ਸਿਟੀ ਤੋਂ ਲਈ ਗਈ ਹੈ।
ਅੱਤਵਾਦੀ ਹਮਲੇ ਦੇ ਸਮੇਂ ਪੁਲਾੜ ਸਟੇਸ਼ਨ ਵਿੱਚ ਮੌਜੂਦ ਕਮਾਂਡਰ ਫਰੈਂਕ ਕਲਬਸਟਨ ਨੇ ਇਹ ਅਦਭੁਤ ਤਸਵੀਰਾਂ ਲਈਆਂ। ਉਹ ਪੁਲਾੜ ਯਾਤਰੀਆਂ 'ਚ ਇਕੱਲੇ ਅਮਰੀਕੀ ਸਨ। ਨਾਸਾ ਨੇ ਐਤਵਾਰ ਦੇਰ ਰਾਤ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਸਮੇਂ ਫਰੈਂਕ ਕਲਬਸਟਨ ਤੁਰੰਤ ਸਮਝ ਗਏ ਕਿ ਵਰਲਡ ਟ੍ਰੇਡ ਟਾਵਰ ਤੇ ਹਮਲਾ ਹੋਇਆ। ਉਹਨਾਂ ਨੇ ਤੁਰੰਤ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਸਮੇਂ ਅੰਤਰਰਾਸ਼ਟਰੀ ਪੁਲਾੜ ਨਿਊਯਾਰਕ ਸਿਟੀ ਖੇਤਰ ਦੇ ਉੱਪਰ ਸੀ। ਜ਼ਿਕਰਯੋਗ ਹੈ ਕਿ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਤੇ ਅਲ-ਕਾਇਦਾ ਦੇ ਹਮਲੇ 'ਚ ਵੱਖ-ਵੱਖ ਦੇਸ਼ਾਂ ਦੇ ਅੰਦਾਜ਼ਨ 3000 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਸੂਬੇ ਓਹੀਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ 2001 ਨੂੰ ਨਿਊਯਾਰਕ ਵਿਖੇ ਵਰਲਡ ਟ੍ਰੇਡ ਸੈਂਟਰ ਟਾਵਰਾਂ ਤੇ ਪੈਂਟਾਗਨ ਤੇ ਹੋਏ ਅੱਤਵਾਦੀ ਹਮਲਿਆਂ ਦੀ 21ਵੀਂ ਵਰ੍ਹੇਗੰਢ ਮਨਾਉਂਦੇ ਹੋਏ ਵੀਵਰ ਕ੍ਰੀਕ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਸ ਸਾਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਵੀਵਰ ਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਗਿਆ ਤਾਂ ਜੋ ਉਹਨਾਂ ਗੁਆਚੀਆਂ ਜਾਨਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਇਨ੍ਹਾਂ ਟਾਵਰਾਂ ਦੀਆਂ ਇਮਾਰਤਾਂ ਵਿੱਚ ਅਤੇ ਆਲੇ-ਦੁਆਲੇ 2600 ਤੋਂ ਵੱਧ ਲੋਕ ਮਾਰੇ ਗਏ ਸੀ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ ਨੂੰ ਅਗਵਾ ਕੀਤਾ ਤੇ ਟਾਵਰਾਂ ਨਾਲ ਟਕਰਾ ਦਿੱਤਾ। 186 ਲੋਕ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਗਏ ਹਮਲੇ ਅਤੇ 40 ਪੈਂਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਨ। ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕੇਸ ਵਿੱਚ ਸੰਬੰਧਿਤ ਸਮਰੱਥ ਅਥਾਰਟੀ ਨੂੰ ਸੇਵਾ ਮੁਕਤ ਸਿਟੀ ਪੁਲਿਸ ਅਧਿਕਾਰੀ ਖਿਲਾਫ ਸਜ਼ਾ ਲਈ ਢੁਕਵੇਂ ਹੁਕਮ ਜਾਰੀ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਹ ਸਾਬਕਾ ਪੁਲਿਸ ਅਧਿਕਾਰੀ ਹਿੰਸਾ ਦੌਰਾਨ ਕਥਿਤ ਲੋੜੀਂਦੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਾਲ ਸ਼ਰਾਰਤੀ ਅੰਸਰਾਂ ਨੂੰ ਖੰਡਾਉਣ ਤੇ ਉਹਨਾਂ ਨੂੰ ਇਹਤਿਆਤੀ ਹਿਰਾਸਤ ਵਿੱਚ ਲੈਣ 'ਚ ਕਥਿਤ ਨਾਕਾਮ ਰਿਹਾ। ਹਾਈ ਕੋਰਟ ਨੇ ਕਿਹਾ ਕਿ ਦੇਸ਼ ਅਜੇ ਵੀ ਇਹਨਾਂ ਦੰਗਿਆਂ ਦਾ ਸੰਤਾਪ ਚੱਲ ਰਿਹਾ ਤੇ ਜ਼ਖਮ ਅਜੇ ਵੀ ਅੱਲੇ ਨੇ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਅਨੁਸ਼ਾਸਨੀ ਅਥਾਰਟੀ ਤੇ ਕੇਂਦਰੀ ਪ੍ਰਸ਼ਾਸਨਿਕ ਟਿਊਬਲ ਵੱਲੋਂ ਕਿੰਗਜ਼ਵੇ ਕੈਂਪ ਪੁਲਿਸ ਸਟੇਸ਼ਨ ਤੇ ਤਤਕਾਲੀ SHO ਖਿਲਾਫ ਹੁਕਮਾਂ ਨੂੰ ਲਾਂਭੇ ਰੱਖਦਿਆਂ ਕਿਹਾ ਕਿ ਇਨ੍ਹਾਂ ਦੰਗਿਆਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਤੇ ਪੁਲਿਸ ਅਧਿਕਾਰੀਆਂ ਨਾਲ ਮਹਿਜ਼ ਉਸ ਦੀ ਵਡੇਰੀ ਉਮਰ ਕਰਕੇ ਲਿਹਾਜ਼ ਨਹੀਂ ਕੀਤਾ ਜਾ ਸਕਦਾ। ਬੈਂਚ ਜਿਸ ਵਿੱਚ ਜਸਟਿਸ ਸੁਬਰਾਮਨੀਅਮ ਪ੍ਰਸਾਦ ਵੀ ਸ਼ਾਮਲ ਨੇ ਕਿਹਾ ਕਿ ਉਹ ਸਾਲ ਦੀ ਉਮਰ ਦੇ ਵੀ ਹੋ ਸਕਦੇ ਨੇ ਔਰ 100 ਸਾਲ ਦੀ ਉਮਰ ਦੇ ਵੀ ਹੋ ਸਕਦੇ ਨੇ। ਕਿਰਪਾ ਕਰਕੇ ਉਸ ਦੀ ਬਦ ਇੰਤਜ਼ਾਮੀ ਨੂੰ ਵੇਖਿਆ ਜਾਵੇ। ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ, ਦੇਸ਼ ਦੇ ਜ਼ਖਮ ਅਜੇ ਵੀ ਹੱਲੇ ਨੇ। ਤੁਸੀਂ ਇਸ ਆਧਾਰ ਤੇ ਨਹੀਂ ਬਚ ਸਕਦੇ, ਉਮਰ ਮਦਦਗਾਰ ਨਹੀਂ ਹੋਣੀ। ਅਨੁਸ਼ਾਸਨੀ ਅਥਾਰਟੀ ਨੇ ਪੁਲਿਸ ਅਧਿਕਾਰੀਆਂ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਬਦ ਇੰਤਜ਼ਾਮੀ ਲਈ ਦੋਸ਼ੀ ਠਹਿਰਾਇਆ ਸੀ, ਜਿਸ ਨੂੰ ਉਸਨੇ ਅੱਗੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਅੱਗੇ ਚੁਣੌਤੀ ਦੇ ਦਿੱਤੀ। ਕੈਟ ਨੇ ਅਪੀਲ ਰੱਦ ਕੀਤੀ ਤਾਂ ਉਸਨੇ ਹਾਈ ਕੋਰਟ ਦਾ ਰੁਖ ਕਰ ਲਿਆ। ਪਟੀਸ਼ਨਰ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਫੈਸਲਾਕੁਨ ਸੁਣਵਾਈ ਤੋਂ ਬਾਅਦ ਹੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਹਾਈ ਕੋਰਟ ਨੇ ਹੁਕਮਾਂ ਨੂੰ ਲਾਂਭੇ ਰੱਖਦੇ ਹੋਏ ਕਿਹਾ ਕਿ ਪਟੀਸ਼ਨਰ ਖਿਲਾਫ ਲੱਗੇ ਦੋਸ਼ ਸੰਗੀਨ ਨੇ ਅਤੇ ਅਨੁਸ਼ਾਸਨੀ ਅਥਾਰਟੀ ਨੂੰ ਖੁੱਲ੍ਹ ਹੈ ਕਿ ਉਹ ਅਸਹਿਮਤੀ ਦਾ ਨਵਾਂ ਨੋਟਿਸ ਜਾਰੀ ਕਰਕੇ ਪਟੀਸ਼ਨਰ ਤੋਂ 4 ਹਫ਼ਤਿਆਂ ਵਿੱਚ ਜਵਾਬ ਮੰਗੇ। ਕੋਰਟ ਨੇ ਕਿਹਾ ਇਸ ਮਗਰੋਂ ਅਨੁਸ਼ਾਸਨੀ ਅਥਾਰਟੀ ਨੂੰ ਕਾਨੂੰਨ ਮੁਤਾਬਕ ਢੁਕਵਾਂ ਹੁਕਮ ਜਾਰੀ ਕਰਨ ਦੀ ਪੂਰੀ ਖੁੱਲ੍ਹ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਮਣੀਅਮ ਪ੍ਰਸਾਦ ਦੇ ਬੈਂਚ ਦੁਆਰਾ 1984 ਦੇ ਇੱਕ ਮਾਮਲੇ ਵਿੱਚ ਸੁਣਵਾਈ ਦੌਰਾਨ ਕੀਤੀ ਟਿੱਪਣੀ ਨੂੰ ਸਿੱਖਾਂ ਦੇ ਜ਼ਖਮਾਂ ਤੇ ਮਲਬ ਲਗਾਉਣਾ ਕਰਾਰ ਦਿੱਤਾ। ਦਰਅਸਲ ਤਤਕਾਲੀ SHO ਦੁਰਗਾ ਪ੍ਰਸਾਦ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਨੂੰ ਕਿਹਾ ਸੀ ਕਿ ਮੁਲਜ਼ਮ 79 ਸਾਲ ਦਾ ਹੈ ਤੇ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ, ਇਸ ਲਈ ਉਸ ਪ੍ਰਤੀ ਕੁਝ ਨਰਮੀ ਦਿਖਾਈ ਜਾਵੇ। ਜਸਟਿਸ ਮਿਸ਼ਰਾ ਆਯੋਗ ਸਾਹਮਣੇ ਦਾਇਰੇ ਹਲਫਨਾਮੇ ਤੋਂ ਪਤਾ ਚੱਲਿਆ ਹੈ ਕਿ ਇਸ ਖੇਤਰ ਵਿੱਚ 15 ਸਿੱਖਾਂ ਦਾ ਕਤਲ ਹੋਇਆ ਸੀ ਤੇ ਕਈ ਗੁਰਦੁਆਰਾ ਸਾਹਿਬ, ਘਰਾਂ ਤੇ ਕਾਰਖਾਨਿਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਕੋਰੋਨਾ ਵਾਇਰਸ ਨੇ ਦੁਨੀਆ ਨੂੰ 2 ਸਾਲ ਤੋਂ ਵੱਧ ਸਮੇਂ ਲਈ ਮੰਦੀ ਵਿੱਚ ਪਾ ਦਿੱਤਾ। ਕੋਰੋਨਾ ਨੇ ਨਾ ਸਿਰਫ ਦੁਨੀਆ ਦੀ ਆਰਥਿਕ ਸਥਿਤੀ ਨੂੰ ਵਿਗਾੜਿਆ ਬਲਕਿ ਸਾਡੇ ਸਾਰਿਆਂ ਦੀਆਂ ਆਦਤਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ, ਜਿਸ ਵਿੱਚ ਸਭ ਤੋਂ ਜ਼ਰੂਰੀ ਕੰਮ ਦਫ਼ਤਰ ਤੋਂ ਕੰਮ ਕਰਨਾ ਹੈ। ਕੋਰੋਨਾ ਦੇ ਦੌਰ ਵਿੱਚ ਘਰ ਤੋਂ ਕੰਮ ਕਰਨ ਦਾ ਸਰੀਰਕ ਤੌਰ ਤੇ ਦਫ਼ਤਰ ਤੋਂ ਕੰਮ ਕਰਨ ਵਾਲੇ ਲੋਕਾਂ ਤੇ ਡੂੰਘਾ ਪ੍ਰਭਾਵ ਪਿਆ। ਹੁਣ ਹਾਲਾਤ ਇਹ ਨੇ ਕਿ ਕੋਰੋਨਾ ਕਾਬੂ ਹੋਣ ਤੋਂ ਬਾਅਦ ਵੀ ਕਰਮਚਾਰੀ ਘਰ ਤੋਂ ਕੰਮ ਕਰਨ ਵਿੱਚ ਇੰਨੇ ਆਰਾਮਦੇਹ ਨੇ ਕਿ ਉਹ ਦਫ਼ਤਰ ਨਹੀਂ ਜਾਣਾ ਚਾਹੁੰਦੇ। ਅਜਿਹੇ 'ਚ ਲੋਕਾਂ ਨੂੰ ਕੰਮ ਤੇ ਪਰਤਣ ਲਈ ਕੰਪਨੀ ਦਾ ਹੁਕਮ ਕੰਪਨੀ ਅਤੇ ਕਰਮਚਾਰੀਆਂ ਵਿਚਾਲੇ ਵਿਵਾਦ ਦਾ ਕਾਰਨ ਬਣਦਾ ਜਾ ਰਿਹਾ। ਅਸਲ 'ਚ ਕਰਮਚਾਰੀਆਂ ਨੇ ਦਫ਼ਤਰ ਤੋਂ ਦੂਰ ਕੰਮ ਕਰਨ ਦਾ ਸਿਸਟਮ ਅਪਣਾ ਲਿਆ। ਘਰ ਤੋਂ ਕੰਮ ਕਰਨ ਦੇ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਘਰ ਤੋਂ ਕੰਮ ਕਰਨਾ ਸਾਰੇ ਖੇਤਰਾਂ ਦੀਆਂ ਕੰਪਨੀਆਂ ਲਈ ਇੱਕ ਵਿਹਾਰਕ ਵਿਕਲਪ ਰਿਹਾ। ਪਿਛਲੇ ਸਾਲ ਜੇ ਹੋਰ ਕੁਝ ਨਹੀਂ ਤਾਂ ਇਹ ਸਾਬਤ ਹੋ ਗਿਆ ਕਿ ਦਫ਼ਤਰ ਜਾਣ ਤੋਂ ਬਿਨਾਂ ਰੇਲ ਗੱਡੀ ਵਿੱਚ ਧੱਕੇ ਮਾਰੇ ਬਿਨਾਂ ਕਿਤੇ ਵੀ ਬੈਠ ਕੇ ਕੰਮ ਕੀਤਾ ਜਾ ਸਕਦਾ ਹੈ। ਤੇ ਹੁਣ ਨਿਊਯਾਰਕ ਟਾਈਮਜ਼ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਵਾਪਸ ਬਣਾਉਣ ਲਈ ਕਿਹਾ।
ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕਿਉਂ ਤੁਸੀਂ ਪੁੱਛ ਸਕਦੇ ਹੋ। ਅਮਰੀਕਨ ਲੌਂਗ ਨਾਲ ਕੰਮ ਕਰਨ ਵਾਲੇ ਹਰ ਰੋਜ਼ ਪੱਤਰਕਾਰ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੂੰ ਦਫ਼ਤਰ ਤੋਂ ਵਾਪਸੀ ਦੇ ਲਾਭ ਵਜੋਂ ਬ੍ਰਾਂਡ ਵਾਲੇ ਲੰਚ ਬਾਕਸ ਪ੍ਰਦਾਨ ਕੀਤੇ ਜਾ ਰਹੇ ਨੇ। ਨਿਊਯਾਰਕ ਟਾਈਮਜ਼ ਦੇ ਕਰਮਚਾਰੀਆਂ ਦੁਆਰਾ ਟਵਿੱਟਰ ਤੇ ਪੋਸਟ ਕੀਤਾ ਗਿਆ ਡਾਇਰੈਕਟਰ ਯੂਨੀਅਨ ਨੇ NYT ਰਿਪੋਰਟ ਰੇਮੀ ਟੂਮਿਨ ਦੁਆਰਾ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਬ੍ਰਾਂਡ ਵਾਲੇ ਲੰਚ ਬਾਕਸ ਦੀ ਇੱਕ ਫੋਟੋ ਦਿਖਾਈ ਗਈ ਹੈ। ਇਹ ਪੋਸਟ ਹੈਲੀ ਵਿਲਜ਼ ਅਤੇ ਨਿਊਯਾਰਕ ਟਾਈਮਜ਼ ਦੇ ਕਈ ਹੋਰ ਕਰਮਚਾਰੀਆਂ ਦੇ ਸਮਾਨ ਸੀ। ਜੈਫ ਬੇਜ਼ੋਸ ਦੀ ਸਪੇਸ ਟਰੈਵਲ ਕੰਪਨੀ ਬਲੂ ਔਰਿਜਨ ਦਾ ਰਾਕੇਟ ਲਾਂਚਿੰਗ ਦੌਰਾਨ ਕ੍ਰੈਸ਼ ਹੋ ਗਿਆ। ਨਿਊ ਸ਼ੈਪਰਡ ਰਾਕੇਟ ਵੈਸਟ ਟੈਕਸਾਸ ਤੋਂ ਲਾਂਚ ਹੋਣ ਤੋਂ 1 ਮਿੰਟ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ, ਪਰ ਇਸਤੇਮਾਲ ਕਰਨ ਵਾਲਾ ਕੈਪਸੂਲ ਪੈਰਾਸ਼ੂਟ ਦੀ ਸੁਰੱਖਿਆ ਹੇਠ ਅੱਗੇ ਵਧਣ ਵਿੱਚ ਕਾਮਯਾਬ ਰਿਹਾ। ਰਾਕੇਟ ਨੇ ਅਚਾਨਕ ਇਸ ਦੇ ਸਿੰਗਲ ਇੰਜਨ ਨੂੰ ਫਾਇਰ ਕੀਤਾ। ਇਸ ਨੇ ਆਪਣੇ ਆਪ ਨੂੰ ਆਪਣੇ ਬੂਸਟਰ ਤੋਂ ਵੀ ਦੂਰ ਕਰ ਲਿਆ ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰ ਦਿੱਤੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਕੇਟ ਲਗਭਗ 28,000 ਫੁੱਟ ਦੀ ਉਚਾਈ ਤੇ ਲਗਭਗ 700 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਸੀ। ਕ੍ਰੈਸ਼ ਹੋਣ ਵਾਲੇ ਰਾਕੇਟ ਦਾ ਕੋਈ ਵੀਡੀਓ ਨਹੀਂ ਦਿਖਾਇਆ ਗਿਆ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਕੇਟ ਬਿਨਾਂ ਕਿਸੇ ਨੁਕਸਾਨ ਦੇ ਧਰਤੀ ਤੇ ਟਕਰਾਇਆ। FAA ਨੇ ਇਹ ਵੀ ਕਿਹਾ ਕਿ ਉਹ ਘਟਨਾ ਦੀ ਜਾਂਚ ਕਰੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਅਗਲੇ ਹਫ਼ਤੇ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਬ੍ਰਿਟੇਨ ਲਈ ਰਵਾਨਾ ਹੋਣਗੇ, ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਅਤੇ ਦੁਬਈ ਯਾਤਰਾ ਲਈ ਕੈਨੇਡਾ ਜਾਣਗੇ। ਇਹ ਜਾਣਕਾਰੀ ਸੋਮਵਾਰ ਨੂੰ ਉਹਨਾਂ ਦੇ ਦਫ਼ਤਰ ਨੇ ਦਿੱਤੀ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਯੂਨ 19 ਸਤੰਬਰ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਸਾਲ 2015 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੱਖਣੀ ਕੋਰੀਆ ਦੇ ਮੌਜੂਦਾ ਰਾਸ਼ਟਰਪਤੀ ਕਿਸੇ ਹੋਰ ਦੇਸ਼ ਦੇ ਨੇਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਦਫ਼ਤਰ ਦੇ ਅਨੁਸਾਰ ਉਸ ਦੇ ਬਾਅਦ ਯੂਨ ਨਿਊਯਾਰਕ ਦੀ ਯਾਤਰਾ ਕਰਨਗੇ ਅਤੇ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਨੂੰ 20 ਸਤੰਬਰ ਨੂੰ ਸੰਬੋਧਿਤ ਕਰਨਗੇ, ਜਿਸ ਵਿੱਚ ਉਹ ਉੱਤਰੀ ਕੋਰੀਆ ਦੇ ਪਰਮਾਣੂ ਨਿਸ਼ਸਤਰੀਕਰਨ ਦੇ ਬਾਰੇ ਵਿੱਚ ਆਪਣੇ ਬਿਆਨ ਦੁਹਰਾਉਣਗੇ। ਬਰੈਂਪਟਨ ਦੇ ਮੇਅਰ ਦੀ ਚੋਣ ਲੜ ਰਹੀ ਨਿੱਕੀ ਕੌਰ ਦੀ ਦਫ਼ਤਰ ਵਿੱਚ ਕਾਰ ਵੱਜਣ ਦੀ ਘਟਨਾ ਕੇਵਲ ਹਾਦਸਾ ਸੀ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਨੂੰ ਕੁਝ ਵੀ ਸ਼ੱਕ ਮਹਿਸੂਸ ਨਹੀਂ ਹੋਇਆ। ਸ਼ੁੱਕਰਵਾਰ ਦੇਰ ਸ਼ਾਮ ਤਕਰੀਬਨ 8:30 ਵਜੇ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਨਿੱਕੀ ਕੌਰ ਦੇ ਹਮਾਇਤੀ ਇਸ ਨੂੰ ਸਾਜ਼ਿਸ਼ ਦੱਸ ਰਹੇ ਸਨ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਪੀਲ ਰੀਜਨਲ ਪੁਲਿਸ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਹਾਲੇ ਜਾਰੀ ਹੈ, ਪਰ ਹੁਣ ਤੱਕ ਇਸ ਵਿੱਚ ਕੋਈ ਚੀਜ਼ ਸ਼ੱਕੀ ਨਜ਼ਰ ਨਹੀਂ ਆਈ। ਕਾਰ ਚਲਾ ਰਹੇ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਔਰ ਜਾਨਲੇਹੀ ਬਾਰੇ ਪੁੱਛੇ ਜਾਣ ਤੇ ਪੀਲ ਰੀਜਨਲ ਪੁਲਿਸ ਦੇ ਨੁਮਾਇੰਦੇ ਨੇ ਕਿਹਾ ਕਿ ਫਿਲਹਾਲ ਕੁਝ ਵੀ ਦੱਸਣਾ ਮੁਸ਼ਕਿਲ ਹੋਏਗਾ। ਉਧਰ ਨਿੱਕੀ ਕੌਰ ਦੇ ਸਿਆਸੀ ਰਣਨੀਤੀਕਾਰ ਨੇ ਕਿਹਾ ਕਿ ਉਹਨਾਂ ਦੀ ਟੀਮ ਦੇ ਹੌਸਲੇ ਬੁਲੰਦ ਨੇ ਅਤੇ ਅਜਿਹੀਆਂ ਘਟਨਾਵਾਂ ਹੌਸਲੇ ਪਸਤ ਨਹੀਂ ਕਰ ਸਕਦੀਆਂ। ਹਾਲ ਹੀ ਦੇ ਦਿਨਾਂ 'ਚ UK ਦੇ ਸਭ ਤੋਂ ਮਹੱਤਵਪੂਰਨ ਅਤੇ ਇਤਿਹਾਸਕ ਪ੍ਰੋਗਰਾਮਾਂ 'ਚੋਂ ਇੱਕ 'ਚ ਭਾਗ ਲੈਣ ਦੀ ਤਿਆਰੀ ਕਰ ਰਹੇ ਕੌਮਾਂਤਰੀ ਨੇਤਾਵਾਂ ਨੂੰ ਕਥਿਤ ਤੌਰ ਤੇ ਸਖਤ ਪ੍ਰੋਟੋਕਾਲ ਦੇ ਬਾਰੇ 'ਚ ਸੂਚਿਤ ਕੀਤਾ ਗਿਆ, ਜੋ ਅਗਲੇ ਸੋਮਵਾਰ 19 ਸਤੰਬਰ ਨੂੰ ਲੰਡਨ ਦੇ ਆਬੇ 'ਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਲਈ ਰਵਾਨਾ ਹੋਏਗਾ। ਵਿਦੇਸ਼ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਦੇ ਪਾਲੀਟਿਕੋ ਦੁਆਰਾ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਰਾਜ ਵਿੱਚ ਅੰਤਿਮ ਸੰਸਕਾਰ ਦੇ ਲਈ ਲੰਡਨ ਆਉਣ ਦੀ ਯੋਜਨਾ ਬਣਾ ਰਹੇ ਸਾਰੇ ਅੰਤਰਰਾਸ਼ਟਰੀ ਸਟੇਟਾਂ ਦੇ ਮੁਖੀਆਂ ਅਤੇ ਉਹਨਾਂ ਦੇ ਜੀਵਨ ਸਾਥੀਆਂ ਨੂੰ ਨਿੱਜੀ ਜੈਟ ਦੀ ਬਜਾਏ ਕਮਰਸ਼ੀਅਲ ਉਡਾਣਾਂ ਤੇ ਆਉਣ ਲਈ ਕਿਹਾ ਗਿਆ ਅਤੇ ਉਹਨਾਂ ਨੂੰ ਇੱਧਰ-ਉੱਧਰ ਜਾਣ ਲਈ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨ ਨੂੰ ਕਿਹਾ ਗਿਆ। ਕਥਿਤ ਤੌਰ ਤੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਹ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਲਈ ਨਿਰਧਾਰਤ ਵੈਸਟਮਿੰਸਟਰ ਆਬੇ 'ਚ ਸੇਵਾ 'ਚ ਆਉਣ ਲਈ ਆਪਣੇ ਰਾਜ ਦੀਆਂ ਕਾਰਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਨੇ ਅਤੇ ਇਸ ਦੀ ਬਜਾਏ ਉਹਨਾਂ ਨੂੰ ਪੱਛਮੀ ਲੰਡਨ ਦੀ ਸਾਈਡ 'ਚ ਬੱਸਾਂ ਰਾਹੀਂ ਲਿਜਾਇਆ ਜਾਏਗਾ। ਵੈਨਕੂਵਰ ਦੀ ਇੱਕ ਲੱਕੜ ਫੈਕਟਰੀ ਵਿੱਚ ਲੱਗੀ ਅੱਗ ਨੇ ਹੋਪ ਸ਼ਹਿਰ ਤੱਕ ਦੇ ਜੰਗਲਾਂ ਨੂੰ ਲਪੇਟ 'ਚ ਲੈ ਲਿਆ, ਜਿਸ ਕਾਰਨ ਸਮੁੱਚੇ ਲੋਅਰ ਮੈਨਲੈਂਡ ਵਿੱਚ ਧੂਏ ਦੇ ਸੰਘਣੇ ਬੱਦਲ ਬਣ ਗਏ। ਮੌਸਮ ਵਿਭਾਗ ਦੇ ਨੇੜਲੇ ਇਲਾਕਿਆਂ 'ਚ ਇਸ ਸੰਬੰਧੀ ਚੇਤਾਵਨੀ ਜਾਰੀ ਕਰ ਦਿੱਤੀਆਂ ਗਈਆਂ ਨੇ। ਵਾਹਨਾਂ ਦੇ ਚੱਲਣ 'ਚ ਮੁਸ਼ਕਿਲ ਆਉਣ ਕਾਰਨ ਹਾਈਵੇ ਨੰਬਰ 1 ਦੀ ਸਮੁੱਚੀ ਟ੍ਰੈਫਿਕ ਹਾਈਵੇ 7 ਅਤੇ 9 ਵੱਲ ਤਬਦੀਲ ਕਰ ਦਿੱਤੀ ਗਈ। ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ 'ਚ ਧੂਏ ਕਾਰਨ ਹਵਾ ਪੂਰੀ ਤਰ੍ਹਾਂ ਦੂਸ਼ਿਤ ਹੋਣ ਕਾਰਨ ਕੁਝ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਪੀਸ ਰਿਵਰ ਇਲਾਕੇ ਦੇ ਲਗਭਗ 240 ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੀ ਵਸੋਂ ਵਾਲੀਆਂ ਥਾਵਾਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਗਏ। 100 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਅਤੇ 12 ਹੈਲੀਕਾਪਟਰਸ ਦੀ ਮਦਦ ਨਾਲ ਸਥਿਤੀ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸਿਹਤ ਵਿਭਾਗ ਵੱਲੋਂ ਵੀ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਨੂੰ ਸਿਹਤ ਸੰਬੰਧੀ ਆ ਸਕਦੀਆਂ ਮੁਸ਼ਕਲਾਂ ਪ੍ਰਤੀ ਸੁਚੇਤ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
64 ਸਾਲ ਬਾਅਦ ਬਣਿਆ UAE ਦਾ ਦੂਜਾ ਹਿੰਦੂ ਮੰਦਿਰ ਕਾਫੀ ਵੱਡਾ ਅਤੇ ਖੂਬਸੂਰਤ ਹੈ। ਇਸ ਦੇ ਚਲਦਿਆਂ ਉਦਘਾਟਨ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਲੋਕ ਇਸ ਨੂੰ ਦੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ ਨੇ। ਇਸ ਮੰਦਿਰ ਵਿੱਚ ਸਾਰੇ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਜਾ ਸਕਦੇ ਨੇ। ਮੰਦਿਰ ਵਿੱਚ 16 ਭਗਵਾਨਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਅਤੇ ਪੂਜਾ ਕਰਨ ਵਾਲਿਆਂ ਤੋਂ ਇਲਾਵਾ ਦੂਜੇ ਲੋਕਾਂ ਨੂੰ ਵੀ ਮੰਦਿਰ ਵਿੱਚ ਆਉਣ ਦੀ ਆਗਿਆ ਦਿੱਤੀ ਗਈ ਹੈ। ਇਸ ਵਿੱਚ 9 ਦਿਨਾਂ ਤੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਜਾ ਰਿਹਾ। ਭਾਰਤ ਨੇ ਰੂਸ ਨਾਲ ਯੁੱਧ ਕਾਰਨ ਹੋਣ ਵਾਲੀਆਂ ਆਰਥਿਕ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਯੂਰਪੀ ਰਾਸ਼ਟਰ ਦੀ ਮਦਦ ਕਰਨ ਦੇ ਆਪਣੇ ਯਤਨ ਤਹਿਤ ਸੋਮਵਾਰ ਨੂੰ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਸੌਂਪੀ ਹੈ। ਇਸ ਵਿੱਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਸ਼ਾਮਲ ਨੇ। ਭਾਰਤ ਨੇ 1 ਮਾਰਚ ਨੂੰ ਪੋਲੈਂਡ ਦੇ ਰਸਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਭੇਜੀ ਸੀ, ਜਿਸ ਵਿੱਚ ਦਵਾਈਆਂ ਅਤੇ ਰਾਹਤ ਸਮੱਗਰੀ ਸ਼ਾਮਲ ਸੀ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫਿਲਮ ਮੇਲੇ ਟਿਫ ਦੌਰਾਨ ਇੱਕ ਲਿਫਟ ਵਿੱਚ ਫਸੇ ਅੱਧੀ ਦਰਜਨ ਵਿਅਕਤੀਆਂ ਨੂੰ ਬਚਾਓ ਅਮਲੇ ਵੱਲੋਂ ਵਿਸ਼ੇਸ਼ ਪੌੜੀ ਲਗਾ ਕੇ ਬਾਹਰ ਕੱਢਣਾ ਪਿਆ, ਜਿਨ੍ਹਾਂ 'ਚ ਹਾਲੀਵੁੱਡ ਅਤੇ ਅਮਰੀਕਨ ਟੈਲੀਵਿਜ਼ਨ ਸਕਰੀਨ ਦੀ ਚਰਚਿਤ ਅਭਿਨੇਤਰੀ ਐਨਾ ਕੈਂਡਰਿਕ ਵੀ ਸ਼ਾਮਲ ਸੀ। ਐਨਾ ਆਪਣੀ ਫਿਲਮ ਐਲੀਸ ਡਾਰਲਿੰਗ ਦੇ ਪ੍ਰੀਮੀਅਰ ਸ਼ੋਅ ਵਾਸਤੇ ਟਿਫ 'ਚ ਸ਼ਾਮਲ ਅਤੇ ਬੀਤੇ ਕੱਲ੍ਹ ਲਿਫਟ 'ਚ ਫਸਣ ਕਰਕੇ ਰੈੱਡ ਕਾਰਪਟ ਤੱਕ ਪਹੁੰਚਣ ਅਤੇ ਦਰਸ਼ਕਾਂ ਨਾਲ ਫਿਲਮ ਦੇ ਸ਼ੋਅ ਨੂੰ ਸ਼ਾਮਲ ਹੋਣ 'ਚ ਉਸਨੂੰ ਕੁਝ ਦੇਰੀ ਹੋ ਗਈ। ਕਿਸੇ ਤਕਨੀਕੀ ਨੁਕਸ ਕਾਰਨ ਲਿਫਟ ਅੱਧ ਵਿਚਾਲੇ ਹੀ ਅਟਕ ਗਈ। ਬਾਹਰ ਕੱਢੇ ਜਾਣ ਤੋਂ ਬਾਅਦ ਅਦਾਕਾਰਾ ਨੇ ਅਮਲੇ ਦੇ ਮੈਂਬਰਾਂ ਨਾਲ ਫੋਟੋਆਂ ਵੀ ਖਿਚਵਾਈਆਂ, ਜੋ ਸੋਸ਼ਲ ਮੀਡੀਆ ਉੱਪਰ ਇੱਕ ਦੂਸਰੇ ਵੱਲੋਂ ਚਾਅ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 18 ਸਤੰਬਰ ਤੱਕ ਜਾਰੀ ਰਹੇਗਾ, ਜਿਸ ਵਿੱਚ ਬਾਲੀਵੁੱਡ ਦੇ ਅਦਾਕਾਰ, ਫਿਲਮਕਾਰ ਅਤੇ ਉਹਨਾਂ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚਾਲੇ ਗੁਰੂ ਧਾਮਾਂ ਦੀ ਯਾਤਰਾ ਲਈ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ 14 ਸਤੰਬਰ ਨੂੰ ਅਟਾਰੀ ਬਾਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚ ਰਿਹਾ। ਸ੍ਰੀ ਨਨਕਾਣਾ ਸਾਹਿਬ ਤੋਂ ਇਸ ਬਾਰੇ ਗੱਲਬਾਤ ਸਾਂਝੀ ਕਰਦਿਆਂ ਉਹਨਾਂ ਨੇ ਇਕੁਵੇਈ ਟਰੱਸਟ ਪ੍ਰਾਪਰਟੀ ਬੋਰਡ ਦੇ ਮੈਂਬਰ ਸਰਦਾਰ ਕਿਰਪਾ ਸਿੰਘ ਨੇ ਦੱਸਿਆ ਕਿ ਜਥੇ ਨੂੰ ਭਾਰਤ ਸਰਕਾਰ ਵੱਲੋਂ 25 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ ਸ੍ਰੀ ਨਨਕਾਣਾ ਸਾਹਿਬ, ਪੇਸ਼ਾਵਰ, ਲਾਹੌਰ ਅਤੇ ਹੋਰਨਾਂ ਸ਼ਹਿਰਾਂ ਤੋਂ ਸ਼ਰਧਾਲੂ ਅੰਮ੍ਰਿਤਸਰ ਪਹੁੰਚਣ ਤੇ 2 ਦਿਨ ਅੰਮ੍ਰਿਤਸਰ ਰੁਕਣ ਤੋਂ ਬਾਅਦ ਇੱਥੇ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ। ਉੱਥੇ ਦਰਸ਼ਨ ਕਰਨ ਉਪਰੰਤ ਪਾਕਿਸਤਾਨ ਸਿੱਖ ਯਾਤਰੂ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੇ। ਟਵਿੱਟਰ ਨੇ ਕਿਹਾ ਕਿ ਵਿਸਲ ਬਲੋਅਰਜ਼ ਨੂੰ ਕੀਤੇ ਗਏ ਭੁਗਤਾਨਾਂ ਨੇ ਐਲਨ ਮਸਕ ਦੇ ਟਵਿੱਟਰ ਵਿਚਕਾਰ ਮਸਕ ਟਵਿੱਟਰ ਸੌਦੇ ਦੀਆਂ ਕਿਸੇ ਵੀ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ। ਟਵਿੱਟਰ ਦਾ ਕਹਿਣਾ ਹੈ ਕਿ ਐਲਨ ਮਸਕ ਜਾਣਬੁੱਝ ਕੇ ਮੁੱਦੇ ਨੂੰ ਖਿੱਚ ਰਹੇ ਨੇ ਅਤੇ ਇਸ ਨੂੰ ਸੌਦੇ ਦਾ ਰੱਦ ਕਰਨ ਦਾ ਬਹਾਨਾ ਬਣਾ ਰਹੇ ਨੇ। ਸ਼ੁੱਕਰਵਾਰ ਨੂੰ ਟਵਿੱਟਰ ਨੂੰ ਲਿਖੇ ਇੱਕ ਪੱਤਰ ਵਿੱਚ ਮਸਕ ਦੇ ਵਕੀਲਾਂ ਨੇ ਦੋਸ਼ ਲਗਾਇਆ ਕਿ ਵਿਸਲ ਬਲੋਅਰ ਨੂੰ $7.75 ਮਿਲੀਅਨ ਦਾ ਭੁਗਤਾਨ ਕਰਨ ਤੋਂ ਪਹਿਲਾਂ ਉਸ ਦੀ ਸਹਿਮਤੀ ਨਹੀਂ ਲਈ ਗਈ। ਇੱਕ ਰਾਇਟਰਸ ਦੀ ਰਿਪੋਰਟ ਦੇ ਅਨੁਸਾਰ ਇਹ ਸੁਝਾਅ ਦਿੰਦਾ ਹੈ ਕਿ ਟਵਿੱਟਰ ਅਜਿਹੇ ਭੁਗਤਾਨ ਕਰ ਸਕਦਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਨੂੰ 20 ਸਤੰਬਰ ਤੱਕ ਵਧਾ ਦਿੱਤਾ ਗਿਆ। ਸੋਮਵਾਰ ਨੂੰ ਇਮਰਾਨ ਇਸਲਾਮਾਬਾਦ ਦੀ ਅੱਤਵਾਦ ਵਿਰੋਧੀ ਅਦਾਲਤ ਵਿੱਚ ਪੇਸ਼ ਹੋਏ। ਪਿਛਲੇ ਮਹੀਨੇ ਰਾਜਧਾਨੀ ਵਿੱਚ ਇੱਕ ਰੈਲੀ ਦੌਰਾਨ ਪੁਲਿਸ, ਨਿਆਂਪਾਲਿਕਾ ਅਤੇ ਹੋਰ ਰਾਜ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਉਹਨਾਂ ਖਿਲਾਫ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਮਰਾਨ ਖਾਨ ਨੂੰ ਸਖਤ ਸੁਰੱਖਿਆ ਦਰਮਿਆਨ ਇਸਲਾਮਾਬਾਦ ATC ਲਿਆਂਦਾ ਗਿਆ, ਜਿੱਥੇ ਵਕੀਲ ਬਾਬਰ ਅਵਾਨ ਵੱਲੋਂ ਪੇਸ਼ ਕੇਸ ਦੀ ਸੁਣਵਾਈ ਜੱਜ ਰਾਜਾ ਜਾਵੇਦ ਹਸਨ ਅਬਾਸ ਦੀ ਅਗਵਾਈ ਹੇਠ ਕਰਵਾਈ ਸ਼ੁਰੂ ਹੋਈ। 3 ਨੋਟਿਸਾਂ ਦੇ ਬਾਵਜੂਦ ਮਾਮਲੇ ਦੀ ਜਾਂਚ ਲਈ ਇਸਲਾਮਾਬਾਦ ਪੁਲਿਸ ਵੱਲੋਂ ਗਠਿਤ ਕੀਤੀ ਗਈ ਸਾਂਝੀ ਜਾਂਚ ਟੀਮ ਅੱਗੇ ਪੇਸ਼ ਨਾ ਹੋਣ ਤੇ ਖਾਨ ਤੇ ਸੰਖੇਪ ਬਹਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਮਾਨਤ ਦੀ ਮਿਆਦ ਵਧਾ ਦਿੱਤੀ। ਪਿਛਲੇ ਮਹੀਨੇ ਇਸਲਾਮਾਬਾਦ ਵਿੱਚ ਇੱਕ ਰੈਲੀ ਦੌਰਾਨ 69 ਸਾਲਾ ਇਮਰਾਨ ਨੇ ਦੇਸ਼ ਧਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਆਪਣੇ ਸਾਥੀ ਸ਼ਾਹਬਾਜ਼ ਗਿੱਲ ਨੂੰ ਵਿਵਹਾਰ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ। ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦਾ ਤਬੂਤ ਐਤਵਾਰ ਨੂੰ ਐਬਰਡੀਨਸ਼ਾਇਰ ਦੇ ਬਾਲਮੋਰਲ ਕੈਸਲ ਤੋਂ ਸਕਾਟਲੈਂਡ ਵਿੱਚ ਉਹਨਾਂ ਦੇ ਸਰਕਾਰੀ ਨਿਵਾਸ ਹਾਲੀਰੂਡ ਹਾਊਸ ਪੈਲੇਸ ਵਿੱਚ ਲਿਆਂਦਾ ਗਿਆ। ਇਸ ਦੌਰਾਨ ਮਹਾਰਾਣੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਰਸਤੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮਹਾਰਾਜਾ 3 ਐਲਿਜ਼ਾਬੈਥ II ਦੇ ਸਭ ਤੋਂ ਵੱਡੇ ਪੁੱਤਰ ਦੇ ਸ਼ਬਦਾਂ ਵਿੱਚ 19 ਸਤੰਬਰ ਨੂੰ ਲੰਡਨ ਵਿੱਚ ਉਸਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸਦੀ ਮਾਂ ਦੀ ਆਖਰੀ ਮਹਾਨ ਯਾਤਰਾ ਦੇ ਪਹਿਲੇ ਪੜਾਅ ਦਾ ਅੰਤ ਸੀ। ਮਹਾਰਾਣੀ ਦਾ ਤਬੂਤ, ਜਿਸ ਨੂੰ 6 ਘੰਟੇ ਦੀ ਯਾਤਰਾ ਤੋਂ ਬਾਅਦ ਬਾਲਮੋਰਲ ਕੈਸਲ ਤੋਂ ਹਾਲੀਰੂਡ ਹਾਊਸ ਪੈਲੇਸ ਲਿਆਂਦਾ ਗਿਆ ਸੀ, ਸੋਮਵਾਰ ਦੁਪਹਿਰ ਤੱਕ ਮਹਿਲ ਦੇ ਥਰੋਨ ਰੂਮ ਵਿੱਚ ਰੱਖਿਆ ਜਾਏਗਾ, ਜਿੱਥੇ ਸ਼ਾਹੀ ਪਰਿਵਾਰ ਦੇ ਮੈਂਬਰ ਉਸ ਨੂੰ ਸ਼ਰਧਾਂਜਲੀ ਦੇਣਗੇ। ਤਬੂਤ ਨੂੰ ਸ਼ਾਹੀ ਬੈਨਰ ਰਾਇਲ ਸਟੈਂਡਰਡ ਆਫ ਸਕਾਟਲੈਂਡ ਵਿੱਚ ਲਪੇਟਿਆ ਗਿਆ ਸੀ ਅਤੇ ਇਸ ਤੇ
ਫੁੱਲਾਂ ਦਾ ਗੁਲਦਸਤਾ ਰੱਖਿਆ ਗਿਆ ਸੀ। ਮਹਾਰਾਣੀ ਐਲਿਜ਼ਾਬੈਥ II ਦੀ ਵੀਰਵਾਰ ਨੂੰ ਬਾਲਮੋਰਲ ਕੈਸਲ ਵਿਖੇ ਮੌਤ ਹੋ ਗਈ ਸੀ। ਉਹ 96 ਸਾਲਾਂ ਦੇ ਸਨ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਉਲਟ ਹੁਣ ਲੰਪੀ ਸਕਿਨ ਵਾਇਰਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿੱਚ ਹੁਣ ਤੱਕ ਲੰਪੀ ਵਾਇਰਸ ਕਾਰਨ 67,000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਦੁੱਧ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ। ਇਸ ਦੇ ਮੱਦੇਨਜ਼ਰ ਅਹਿਮ ਮੀਟਿੰਗ ਵੀ ਬੁਲਾਈ ਗਈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਜਤਿੰਦਰ ਨਾਥ ਸਵੈਨ ਨੇ ਦੱਸਿਆ ਕਿ ਮੀਟਿੰਗ ਵਿੱਚ ਪਸ਼ੂਆਂ ਦੇ ਟੀਕਾਕਰਨ ਤੋਂ ਇਲਾਵਾ ਵਾਇਰਸ ਨਾਲ ਨਜਿੱਠਣ ਲਈ ਹੋਰ ਯੋਜਨਾਵਾਂ ਬਾਰੇ ਗੱਲਬਾਤ ਹੋਏਗੀ। ਸਕੱਤਰ ਜਤਿੰਦਰ ਨਾਥ ਸਵੈਨ ਦਾ ਕਹਿਣਾ ਹੈ ਕਿ ਫਿਲਹਾਲ ਗੋਟ ਪਾਕਸ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ 100% ਤੱਕ ਅਸਰਦਾਰ ਹੈ। ਹਾਲਾਂਕਿ ਇਸ ਟੀਕੇ ਦੀ ਗਿਣਤੀ ਸੀਮਤ ਹੋਣ ਕਾਰਨ ਅਜੇ ਵੀ ਸਮੱਸਿਆ। ਇਸ ਨੂੰ ਬਣਾਉਣ ਵਾਲੀ ਕੰਪਨੀ ਨੂੰ ਇਸ ਦੇ ਤੇਜ਼ ਉਤਪਾਦਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਐਗਰੀਕਲਚਰ ਰਿਸਰਚ ਬਾਡੀ ICAR ਦੀਆਂ 2 ਸੰਸਥਾਵਾਂ ਦੁਆਰਾ ਵਿਕਸਿਤ LST ਲਈ ਇੱਕ ਨਵੀਂ ਵੈਕਸੀਨ ਲੰਪੀ ਪ੍ਰੋਵਾਕਿੰਡ ਦੀ ਵਪਾਰਕ ਸ਼ੁਰੂਆਤ ਵਿੱਚ 3-4 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਲੰਪੀ ਵਾਇਰਸ ਕਾਰਨ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇੱਥੇ ਸਭ ਤੋਂ ਵੱਧ ਪਸ਼ੂ ਇਸ ਤੋਂ ਪ੍ਰਭਾਵਿਤ ਹੋਏ ਨੇ। ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਕੁਝ ਛਿੱਟੇ ਪੱਟੇ ਕੇਸ ਹਨ। ਔਰ ਜਤਿੰਦਰ ਨਾਥ ਸੈਵਨ ਨੇ ਕਿਹਾ, ਰਾਜਸਥਾਨ ਵਿੱਚ ਰੋਜ਼ਾਨਾ ਮਰਨ ਵਾਲੇ ਪਸ਼ੂਆਂ ਦੀ ਗਿਣਤੀ 600 ਤੋਂ ਲੈ ਕੇ 700 ਦੇ ਵਿਚਕਾਰ ਹੈ, ਪਰ ਦੂਜੇ ਰਾਜਾਂ ਵਿੱਚ ਇੱਕ ਦਿਨ ਵਿੱਚ 100 ਤੋਂ ਵੀ ਘੱਟ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਮੌਤ ਅਤੇ ਉਹਨਾਂ ਦੇ ਇਸ ਵਾਇਰਸ ਦੇ ਸੰਪਰਕ ਵਿੱਚ ਆਉਣਾ ਕਾਰਨ ਦੁੱਧ ਦਾ ਉਤਪਾਦਨ ਬਹੁਤ ਪ੍ਰਭਾਵਿਤ ਹੋ ਰਿਹਾ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ RS ਸੋਢੀ ਦੱਸਦੇ ਨੇ ਕਿ ਗੁਜਰਾਤ ਵਿੱਚ ਦੁੱਧ ਦਾ ਉਤਪਾਦਨ 0.5% ਘਟਿਆ, ਕਿਉਂਕਿ ਟੀਕਾਕਰਨ ਕਾਰਨ ਗੁਜਰਾਤ ਵਿੱਚ ਸਥਿਤੀ ਕਾਬੂ 'ਚ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।